ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਰਡ ਮੀਡੀਆ USA। ਕਹਾਣੀਆਂ ਦੇ ਹਫ਼ਤਾਵਾਰ ਪ੍ਰੋਗਰਾਮ ਵਿੱਚ ਅੱਜ ਪੇਸ਼ ਹੈ ਨਾਨਕ ਸਿੰਘ ਦੀ ਲਿਖੀ ਕਹਾਣੀ ਤਾਸ਼ ਦੀ ਆਦਤ। ਆਵਾਜ਼ ਹਰਮੀਲਪ੍ਰੀਤ ਦੀ। ਰਹੀਮੇ, ਸ਼ੇਖ ਅਬਦੁਲ ਹਮੀਦ ਸਬ ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, ਬਸ਼ੀਰ ਨੂੰ ਮੇਰੇ ਕਮਰੇ ਵਿੱਚ ਭੇਜ ਜਰਾ। ਅਤੇ ਉਹ ਛਪਾ ਛਪ ਆਪਣੇ ਪ੍ਰਾਈਵੇਟ ਕਮਰੇ ਵਿੱਚ ਜਾ ਪਹੁੰਚੇ। ਕੋਟ ਅਤੇ ਪੇਟੀ ਲਾ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ। ਮੇਜ਼ ਉੱਤੇ ਬਹੁਤ ਸਾਰਾ ਖਿਲਲ ਖਲੇਰਾ ਪਿਆ ਹੋਇਆ ਸੀ। ਇੱਕ ਨੁਕਰੇ ਕੁਝ ਮੋਟੀਆਂ ਪਤਲੀਆਂ ਕਾਨੂੰਨੀ ਅਤੇ ਗੈਰ ਕਾਨੂੰਨੀ ਕਿਤਾਬਾਂ ਉਸਰੀਆਂ ਹੋਈਆਂ ਸਨ। ਦੂਜੀ ਨੁਕਰੇ ਚਿੱਟੇ ਪੀਲੇ ਉਗੜ ਦੁਗੜ ਕਾਗਜ਼ਾਂ ਨਾਲ ਤੂਸੀਆਂ ਫਾਈਲਾਂ, ਵਿਚਕਾਰ ਕਲਮਦਾਨ ਅਤੇ ਉਸ ਦੇ ਲਾਗੇ ਕਰਕੇ ਅੱਜ ਦੀ ਆਈ ਹੋਈ ਡਾਕ ਪਈ ਸੀ, ਜਿਹਦੇ ਵਿੱਚ 5-6 ਲਿਫਾਫੇ, 2-3 ਪੋਸਟ ਕਾਰਡ ਅਤੇ 1-2 ਅਖਬਾਰ ਵੀ ਸਨ। ਪਿੰਨ ਕੁਸ਼ਨ, ਬਲਾਟਿੰਗ ਪੇਪਰ, ਪੇਪਰ ਵੇਟ, ਟੈਗਾਂ ਦਾ ਇੱਕ ਮੁੱਠਾ ਅਤੇ ਹੋਰ ਇਹੋ ਜਿਹਾ ਬਥੇਰਾ ਨਿੱਕੜ ਸੁੱਕੜ ਥਾਂ ਥਾਂ ਪਿਆ ਸੀ। ਬੈਠਦਿਆਂ ਹੀ ਸ਼ੇਖ ਹੋਰਾਂ ਨੇ ਦੂਰ ਦੀ ਐਨਕ ਉਤਾਰ ਕੇ ਮੇਜ਼ ਦੀ ਸਾਹਮਣੀ ਬਾਹੀ, ਜਿਹੜੀ ਕੁਝ ਖਾਲੀ ਸੀ, ਉੱਤੇ ਟਿਕਾ ਦਿੱਤੀ ਅਤੇ ਜੇਬ ਵਿੱਚੋਂ ਨੇੜੇ ਦੀ ਐਨਕ ਲਾ ਕੇ ਡਾਕ ਵੇਖਣ ਲੱਗੇ। ਉਹਨਾਂ ਅਜੇ 2 ਕੁ ਲਿਫਾਫੇ ਹੀ ਖੋਲ੍ਹੇ ਸਨ ਕਿ 5 ਕੁ ਵਰ੍ਹਿਆਂ ਦਾ ਇੱਕ ਮੁੰਡਾ ਅੰਦਰ ਆਉਂਦਾ ਦਿਸਿਆ। ਮੁੰਡਾ ਵੇਖਣ 'ਚ ਬੜਾ ਚੁਸਤ ਚਲਾਕ ਅਤੇ ਸ਼ਰਾਰਤੀ ਜਿਹਾ ਸੀ, ਪਰ ਪਿਓ ਦੇ ਕਮਰੇ 'ਚ ਵੜਦਿਆਂ ਹੀ ਉਸ ਦਾ ਸੁਭਾਅ ਇੱਕਦਮ ਬਦਲ ਗਿਆ। ਚੰਚਲ ਅਤੇ ਫੁਰਤੀਲੀਆਂ ਅੱਖਾਂ ਨਿਉ ਗਈਆਂ, ਸਰੀਰ ਵਿੱਚ ਜਿਵੇਂ ਸਾਹ ਸਾਤੀ ਨਹੀਂ ਸੀ। ਬੈਠ ਜਾ ਸਾਹਮਣੀ ਕੁਰਸੀ 'ਤੇ। ਇੱਕ ਲੰਮੀ ਚਿੱਠੀ ਪੜ੍ਹਦਿਆਂ ਸ਼ੇਰਬਾਮ ਭਬਕ ਕੇ ਸ਼ੇਖ ਹੋਰਾਂ ਹੁਕਮ ਦਿੱਤਾ, ਤੱਕ ਮੇਰੇ ਵੱਲ। ਚਿੱਠੀ ਵੱਲੋਂ ਧਿਆਨ ਹਟਾ ਕੇ ਸ਼ੇਖ ਹੋਰੀਂ ਕੜਕੇ, ਤੂੰ ਅੱਜ ਤਾਸ਼ ਖੇਡੀ ਸੀ ਸੁਣਿਆ? ਨਹੀਂ ਅੱਬਾ ਜੀ, ਮੁੰਡੇ ਨੇ ਡਰਦਿਆਂ ਕਿਹਾ। ਡਰ ਨਾ, ਸ਼ੇਖ ਹੋਰਾਂ ਆਪਣੀ ਆਦਤ ਦੇ ਵਿਰੁੱਧ ਕਿਹਾ। ਸੱਚੋ ਸੱਚ ਦੱਸ ਦੇ, ਮੈਂ ਤੈਨੂੰ ਕਹਿੰਦਾ ਕੁਝ ਨਹੀਂ। ਮੈਂ ਖੁਦ ਤੈਨੂੰ ਅੱਖੀਂ ਵੇਖਿਆ ਸੀ ਅਬਦੁੱਲੇ ਦੇ ਮੁੰਡੇ ਨਾਲ, ਉਹਨਾਂ ਦੇ ਵਿਹੜੇ 'ਚ ਖੇਡਦਾ ਪਿਆ ਸਾਂ। ਤੂੰ ਦੱਸ ਖੇਡੀ ਸੀ ਕਿ ਨਹੀਂ? ਮੁੰਡਾ ਮੂੰਹੋਂ ਤਾਂ ਕੁਝ ਨਾ ਬੋਲਿਆ, ਪਰ ਉਹਨੇ ਹਾਂ ਵਿੱਚ ਸਿਰ ਹਿਲਾਇਆ। ਸ਼ਾਬਾਸ਼। ਸ਼ੇਖ ਹੋਰੀਂ ਹੋਰ ਨਰਮੀ ਨਾਲ ਬੋਲੇ, ਮੈਂ ਆਪ ਤਾਂ ਨਹੀਂ ਸੀ ਵੇਖਿਆ, ਕਿਸੇ ਤੋਂ ਸੁਣਿਆ ਸੀ। ਇਹ ਤਾਂ ਇੱਥੋਂ ਇਕਬਾਲ ਕਰਾਉਣ ਦਾ ਇੱਕ ਤਰੀਕਾ ਸੀ। ਬਹੁਤ ਸਾਰੇ ਮੁਲਜ਼ਮਾਂ ਨੂੰ ਅਸੀਂ ਇਸੇ ਤਰ੍ਹਾਂ ਬਕਾ ਲੈਂਦੇ ਹਾਂ। ਖੈਰ, ਪਰ ਮੈਂ ਤੈਨੂੰ ਅੱਜ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਨੇ, ਜ਼ਰਾ ਖਿਆਲ ਨਾਲ ਸੁਣ। ਖਿਆਲ ਨਾਲ ਸੁਣ ਕਹਿਣ ਤੋਂ ਬਾਅਦ ਉਹਨਾਂ ਨੇ ਬਸ਼ੀਰ ਵੱਲ ਤੱਕਿਆ। ਉਹ ਮੇਜ਼ ਉੱਤੇ ਪਈ ਐਨਕ ਨੂੰ ਫੜ ਕੇ ਉਸ ਦੀਆਂ ਕਮਾਣੀਆਂ ਹੇਠਾਂ ਉੱਤੇ ਕਰ ਰਿਹਾ ਸੀ। ਐਨਕ ਉਸ ਦੇ ਹੱਥੋਂ ਫੜ ਕੇ ਨਾਲ ਹੀ ਫਾਈਲਾਂ ਵਿੱਚੋਂ ਇੱਕ ਵਾਰੰਟ ਦਾ ਮਜ਼ਮੂਨ ਦਿਲ ਵਿੱਚ ਪੜ੍ਹਦੇ ਹੋਏ ਸ਼ੇਖ ਹੋਰੀ ਬੋਲੇ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਗੁਨਾਹ ਬਹੁਤ ਸਾਰੇ ਗੁਨਾਹਾਂ ਦਾ ਪੇਸ਼ਖੇਮਾ ਹੁੰਦਾ ਹੈ, ਜਿਸ ਦੀ ਜਿੰਦਾ ਮਿਸਾਲ ਇਹ ਹੈ ਕਿ ਤਾਸ਼ ਖੇਡਣ ਦਾ ਗੁਨਾਹ ਲੁਕਾਉਣ ਲਈ ਤੈਨੂੰ ਝੂਠ ਵੀ ਬੋਲਣਾ ਪਿਆ, ਯਾਨੀ ਕਿ ਇੱਕ ਦੀ ਥਾਂ 'ਤੇ ਤੂੰ 2 ਗੁਨਾਹ ਕੀਤੇ। ਵਾਰੰਟ ਨੂੰ ਮੁੜ ਫਾਈਲਾਂ ਵਿੱਚ ਨੱਥੀ ਕਰਦਿਆਂ ਸ਼ੇਖ ਹੋਰਾਂ ਮੁੰਡੇ ਵੱਲ ਤੱਕਿਆ। ਬਸ਼ੀਰ ਪਿੰਨ ਕੁਸ਼ਨ ਵਿੱਚੋਂ ਪਿੰਨਾਂ ਕੱਢ ਕੇ ਟੇਬਲ ਕਲਾਤ ਵਿੱਚ ਖਬੋ ਰਿਹਾ ਸੀ। ਮੇਰੇ ਵੱਲ ਧਿਆਨ ਕਰ। ਉਹਦੇ ਹੱਥੋਂ ਪਿੰਨ ਖੋਹ ਕੇ ਸ਼ੇਖ ਹੋਰੀਂ ਇੱਕ ਅਖਬਾਰ ਦੇ ਵਰਕੇ ਫੋਲਦੇ ਹੋਏ ਬੋਲੇ, ਤਾਸ਼ ਵੀ ਇੱਕ ਕਿਸਮ ਦਾ ਜੂਆ ਹੁੰਦਾ ਹੈ। ਜੂਆ, ਇਸੇ ਤੋਂ ਵੱਧਦੀ ਆਦਮੀ ਨੂੰ ਜੂਏ ਦੀ ਲੱਤ ਪੈ ਜਾਂਦੀ ਹੈ, ਸੁਣਿਆ? ਅਤੇ ਇਹ ਆਦਤ ਨਾ ਸਿਰਫ ਆਪਣੇ ਤੱਕ ਹੀ ਰਹਿੰਦੀ ਹੈ, ਬਲਕਿ ਇੱਕ ਆਦਮੀ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਪੈ ਜਾਂਦੀ ਹੈ। ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ। ਕਲਮਦਾਨ ਵਿੱਚੋਂ ਉਂਗਲ ਨਾਲ ਸਿਆਹੀ ਲਾ ਕੇ ਬਸ਼ੀਰ ਇੱਕ ਕੋਰੇ ਕਾਗਜ਼ ਉੱਤੇ ਚੀਚ ਬਲੋਲੇ ਵਾਹ ਰਿਹਾ ਸੀ। ਖਰਬੂਜੇ ਦਾ ਨਾਂ ਸੁਣਦਿਆਂ ਹੀ ਉਹਨੇ ਉਂਗਲ ਨੂੰ ਮੇਜ਼ ਦੀ ਹੇਠਲੀ ਬਾਹੀ ਨਾਲ ਪੂੰਝ ਕੇ ਪਿਓ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਸੱਚਮੁੱਚ ਕੋਈ ਹੱਥ ਵਿੱਚ ਖਰਬੂਜਾ ਲਈ ਬੈਠਾ ਹੋਵੇ। ਬਸ਼ੀਰ, ਉਹਦੇ ਅੱਗੋਂ ਕਲਮਦਾਨ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ ਹੋਰੀਂ ਬੋਲੇ, ਮੇਰੀ ਗੱਲ ਧਿਆਨ ਨਾਲ ਸੁਣ। ਅਜੇ ਉਹ ਇੰਨੀ ਗੱਲ ਹੀ ਕਰ ਸਕੇ ਸਨ ਕਿ ਟੈਲੀਫੋਨ ਦੀ ਘੰਟੀ ਵੱਜੀ। ਸ਼ੇਖ ਹੋਰਾਂ ਨੇ ਉੱਠ ਕੇ ਰਿਸੀਵਰ ਫੜਿਆ। ਹੈਲੋ, ਕਿੱਥੋਂ ਬੋਲਦੇ ਜੀ? ਬਾਊ ਪੁਰਸ਼ੋਤਮ ਦਾਸ। ਆਦਾਬ, ਸੁਣਾਓ ਕੀ ਹੁਕਮ ਹੈ? ਲਾਟਰੀ ਦੀਆਂ ਟਿਕਟਾਂ? ਉਹ ਮੈਂ ਅੱਜ ਸ਼ਾਮ ਨੂੰ ਪੁਰ ਕਰਕੇ ਭੇਜ ਦਾਂਗਾ। ਕਿੰਨੇ ਰੁਪਏ ਨੇ 5 ਟਿਕਟਾਂ ਦੇ? ਖੈਰ, ਪਰ ਕਦੇ ਕੱਢੀ ਵੀ ਜੀ ਅੱਜ ਤੀਕ, ਕਿਸਮਤ ਖਬਰੇ ਕਦੋਂ ਜਾਗ ਪਵੇਗੀ। ਅਤੇ ਤੁਸੀਂ ਕਿਸ ਮਰਜ਼ੀ ਦੀ ਦਵਾ ਹੋਏ? ਅੱਛਾ, ਆਦਾਬ ਅਰਜ਼। ਰਿਸੀਵਰ ਰੱਖ ਕੇ ਉਹ ਮੁੜ ਆਪਣੀ ਥਾਂ 'ਤੇ ਆ ਬੈਠੇ ਅਤੇ ਬੋਲੇ, ਵੇਖ ਸ਼ਰਾਰਤਾਂ ਨਾ ਕਰ, ਪੇਪਰ ਵੇਟ ਪੁੰਜੇ ਡਿੱਗ ਕੇ ਟੁੱਟ ਜਾਊਗਾ। ਇਸ ਨੂੰ ਰੱਖ ਦੇ ਅਤੇ ਧਿਆਨ ਨਾਲ ਮੇਰੀ ਗੱਲ ਸੁਣ। ਹਾਂ, ਮੈਂ ਕੀ ਕਹਿ ਰਿਹਾ ਸਾਂ? ਇੱਕ ਹੋਰ ਫਾਈਲ ਦਾ ਫੀਤਾ ਖੋਲ੍ਹਦੇ ਹੋਏ ਸ਼ੇਖ ਹੋਰੀ ਬੋਲੇ, ਤਾਸ਼ ਦੀਆਂ ਬੁਰਾਈਆਂ ਦੱਸ ਰਿਹਾ ਸਾਂ। ਤਾਸ਼ ਤੋਂ ਜੂਆ, ਜੂਏ ਤੋਂ ਚੋਰੀ ਅਤੇ ਚੋਰੀ ਤੋਂ ਬਾਅਦ ਪਤਾ ਹੀ ਕੀ ਹਾਸਲ ਹੁੰਦਾ ਹੈ? ਬਸ਼ੀਰ ਵੱਲ ਤੱਕਦਿਆਂ ਹੋਏ ਬੋਲੇ, ਜੇਲ੍ਹ, ਯਾਨੀ ਕਿ ਕੈਦ ਦੀ ਸਜ਼ਾ। ਫਾਈਲ ਵਿੱਚੋਂ ਬਾਹਰ ਨਿਕਲੇ ਹੋਏ ਇੱਕ ਪੀਲੇ ਕਾਗਜ਼ ਨੂੰ ਬਸ਼ੀਰ ਟੰਕ ਦੀ ਚੁੰਝ ਨਾਲ ਛੇਕ ਪਾ ਰਿਹਾ ਸੀ। ਨਲਾਇਕ ਪਾਜੀ। ਸ਼ੇਖ ਹੋਰੀ ਉਸਦੇ ਹੱਥੋਂ ਡੰਕ ਖਿੱਚਦੇ ਹੋਏ ਬੋਲੇ,
ਛੱਡ ਇਹਨਾਂ ਵਿਹਲੇ ਕੰਮਾਂ ਨੂੰ ਤੇ ਮੇਰੀ ਗੱਲ ਧਿਆਨ ਨਾਲ ਸੁਣ। ਤੈਨੂੰ ਪਤਾ ਹੈ ਕਿੰਨੇ ਚੋਰਾਂ ਦਾ ਸਾਨੂੰ ਹਰ ਰੋਜ਼ ਚਲਾਨ ਕਰਨਾ ਪੈਂਦਾ ਹੈ ਤੇ ਇਹ ਸਾਰੇ ਚੋਰ ਤਾਸ਼ ਖੇਡ ਖੇਡ ਕੇ ਚੋਰੀ ਕਰਨੀ ਸਿੱਖਦੇ ਆ। ਜੇ ਇਹ ਕਾਨੂੰਨ ਦਾ ਡੰਡਾ ਇਹਨਾਂ ਦੇ ਸਿਰ ਤੇ ਨਾ ਹੋਵੇ ਤਾਂ ਖਬਰੇ ਕੀ ਕਿਆਮਤ ਬਰਪਾ ਦੇਣ। ਤੇ ਸ਼ੇਖ ਹੋਰਾਂ ਮੇਜ਼ ਦੀ ਨੁਕਰੇ ਪਈ ਤਾਜੀ ਰਾਤੇ ਹਿੰਦ ਵੱਲ ਬਸ਼ੀਰ ਨੂੰ ਤਕਾਇਆ, ਪਰ ਬਸ਼ੀਰ ਦਾ ਧਿਆਨ ਇੱਕ ਹੋਰ ਕਿਤਾਬ ਵੱਲ ਸੀ। ਉਸ ਦੇ ਉਤਲੇ ਗੱਤੇ ਤੋਂ ਜਿਲਦ ਦਾ ਕੱਪੜਾ ਥੋੜ੍ਹਾ ਜਿਹਾ ਉਖੜਿਆ ਹੋਇਆ ਸੀ, ਜਿਸ ਨੂੰ ਖਿੱਚਦਿਆਂ ਬਸ਼ੀਰ ਨੇ ਅੱਧਾ ਕੁ ਗੱਤਾ ਨੰਗਾ ਕਰਤਾ ਸੀ। ਬੇਵਕੂਫ ਗਧਾ। ਕਿਤਾਬ ਉਸ ਦੇ ਲਾਗੋਂ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ ਹੋਰੀ ਬੋਲੇ, ਤੈਨੂੰ ਜੇਲ੍ਹਾਂ ਉਖੇੜਨ ਨੂੰ ਨਹੀਂ ਸੱਦਿਆ, ਖਿਆਲ ਨਾਲ ਸੁਣ। ਤੇ ਉਹ ਕੁਝ ਸੰਮਣਾ ਉੱਤੇ ਦਸਤਖਤ ਕਰਦਿਆਂ ਉਹਨਾਂ ਫੇਰ ਲੜੀ ਜੋੜ ਲਈ। ਸਾਨੂੰ ਪੁਲਿਸ ਅਫਸਰਾਂ ਨੂੰ ਸਰਕਾਰ ਜੋ ਇਹਨਾਂ ਤਨਖਾਹਾਂ ਅਤੇ ਪੈਨਸ਼ਨਾਂ ਦਿੰਦੀ ਹੈ, ਤੈਨੂੰ ਪਤਾ ਕਿਉਂ ਦਿੰਦੀ ਹੈ? ਸਿਰਫ ਇਸ ਲਈ ਕਿ ਅਸੀਂ ਮੁਲਕ ਵਿੱਚੋਂ ਜੁਰਮਾਂ ਅਤੇ ਮੁਜਰਮਾਂ ਦੀ ਬਹੁਤਾਤ ਨੂੰ ਰੋਕੀਏ। ਪਰ ਜੇ ਸਾਡੇ ਆਪਣੇ ਬੱਚੇ ਤਾਸ਼ਾਂ ਤੇ ਜੂਏ ਖੇਡਣ ਲੱਗ ਪੈਣ ਤਾਂ ਦੁਨੀਆ ਕੀ ਕਵੇਗੀ? ਤੇ ਅਸੀਂ ਆਪਣਾ ਹੀ ਨਿਮਕ ਕਿਸ ਤਰ੍ਹਾਂ ਹਲਾਲ? ਗੱਲ ਅਜੇ ਅਦਵਾਟਾ ਹੀ ਸੀ ਕਿ ਪਿਛਲੇ ਬੂਹੇ ਥਾਈਂ ਉਹਨਾਂ ਦਾ ਇੱਕ ਉੱਚਾ ਲੰਮਾ ਨੌਕਰ ਆਇਆ। ਇੱਕ ਸਿਪਾਹੀ ਸੀ। ਸ਼ੇਖ ਹੋਰੀ ਹਮੇਸ਼ਾ ਇਹੋ ਜਿਹੇ 2-3 ਵਫਾਦਾਰ ਸਿਪਾਹੀ ਘਰ 'ਚ ਰੱਖਿਆ ਕਰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਡੰਗਰਾਂ ਨੂੰ ਪੱਠਾ ਦੱਥਾ ਪਾਉਣ ਤੇ ਮਈਆਂ ਚੋਣ ਲਈ ਸੀ, ਦੂਜਾ ਰਸੋਈ ਦੇ ਕੰਮ ਵਿੱਚ ਮਦਦ ਦੇਣ ਲਈ, ਤੇ ਤੀਜਾ ਜਿਹੜਾ ਅੰਦਰ ਆਇਆ ਸੀ ਅਸਾਮੀਆਂ ਨਾਲ ਰਕਮਾਂ ਖਰੀਆਂ ਕਰਨ ਲਈ ਸੀ। ਉਸਨੇ ਚੁੱਕ ਕੇ ਸਲਾਮ ਕਰਦਿਆਂ ਕਿਹਾ, ਉਹ ਆਏ ਬੈਠੇ ਨੇ ਜੀ। ਕੌਣ? ਉਹ ਬੁੱਗੀ ਬਦਮਾਸ਼ ਦੇ ਆਦਮੀ ਜਿਨ੍ਹਾਂ ਨੇ ਦੁਸਹਿਰੇ ਦੇ ਮੇਲੇ 'ਚ ਡੈਸ਼ ਲਾਉਣ ਲਈ ਅਰਜ਼ ਕੀਤੀ ਸੀ। ਫਿਰ ਤੂੰ ਆਪ ਹੀ ਗੱਲ ਕਰ ਲੈਣੀ ਸੀ। ਮੈਂ ਤਾਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਸ਼ੇਖ ਹੋਰੀ 250 ਤੋਂ ਘੱਟ ਨਹੀਂ ਮੰਨਦੇ, ਪਰ ਫਿਰ ਉਹ ਕੀ ਕਹਿੰਦੇ? ਉਹ ਕਹਿੰਦੇ ਨੇ ਅਸੀਂ ਇੱਕ ਵਾਰੀ ਖੁਦ ਸ਼ੇਖ ਹੋਰਾਂ ਦੀ ਕਦਮਬੋਸ਼ੀ ਕਰਨੀ ਚਾਹੁੰਦੇ ਹਾਂ, ਜੇ ਤਕਲੀਫ ਨਾ ਹੋਵੇ ਤੇ 2 ਮਿੰਟਾਂ ਲਈ ਚਲੇ ਚੱਲੋ, ਬੜੇ ਚਿਰ ਦੇ ਉਡੀਕ ਰਹੇ ਆ। ਅੱਛਾ ਚਲੋ, ਕਹਿ ਕੇ ਸ਼ੇਖ ਹੋਰੀ ਜਦੋਂ ਉੱਠਣ ਲੱਗੇ ਤਾਂ ਉਹਨਾਂ ਨੇ ਬਸ਼ੀਰੇ ਵੱਲ ਤੱਕਿਆ। ਉਹ ਊਂਘ ਰਿਹਾ ਸੀ ਤੇ ਜੇ ਝਟਪਟ ਉਹ ਦਬਕਾ ਮਾਰ ਕੇ ਉਸ ਨੂੰ ਜਗਾ ਨਾ ਦਿੰਦੇ ਤਾਂ ਉਹਦਾ ਮੱਥਾ ਮੇਜ਼ ਨਾਲ ਜਾ ਵੱਜਣਾ ਸੀ। ਜਾ ਆਰਾਮ ਕਰ ਜਾ ਕੇ। ਸ਼ੇਖ ਹੋਰੀ ਕੋਟ ਤੇ ਪੈਂਟ ਸੰਭਾਲਦੇ ਹੋਏ ਬੋਲੇ, ਆਖਰੀ ਨਸੀਹਤਾਂ ਤੈਨੂੰ ਸ਼ਾਮ ਨੂੰ ਦਿਆਂਗਾ, ਮੁੜ ਕੇ ਤਾਸ਼ ਨਾ ਖੇਡੀ। ਤੇ ਉਹ ਬਾਹਰ ਨਿਕਲ ਗਏ। ਮੁੰਡੇ ਨੇ ਖੜੇ ਹੋ ਕੇ 1-2 ਆਕੜਾਂ ਤੇ ਉਬਾਸੀਆਂ ਲਈਆਂ, ਅੱਖਾਂ ਮਟਲੀਆਂ ਤੇ ਫਿਰ ਨੱਚਦਾ ਭੁੜਕਦਾ ਬਾਹਰ ਨਿਕਲ ਗਿਆ।